ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਤਮ ਨਾਰ ਅਹਿਲਿਆ, ਤਿਸਨੋ ਦੇਖ ਇੰਦਰ ਲੋਭਾਣਾ। ਪਰ ਘਰ ਜਾਏ ਸਰਾਪ ਲੈ, ਹੋਏ ਸਹਿਸ ਭਗ ਪਛੋਤਾਣਾ। ਸੁඤਿਆ ਹੋਆ ਇੰਦਰ ਲੋਕ, ਲੁਕਿਆ ਸਰਵਰ ਮਨ ਸਰਮਾਣਾ। ਸਹਿਸ ਭਗਹੁ ਲੋਇਣ ਸਹਿਸ, ਲੈਂਦੋਈ ਇੰਦਰਪੁਰੀ ਸਿਧਾਣਾ। ਸਤੀ ਸਤਹੁ ਟਲ ਸਿਲਾ ਹੋਏ, ਨਦੀ ਕਿਨਾਰੇ ਬਾਜ ਪਰਾਣਾ। ਰਗਪਤ ਚਰਨ ਸੁਹੰਦਿਆਂ, ਚੱਲੀ ਸੁਰਗਪੁਰ ਬਣੇ ਬਿਬਾਣਾ। ਭਗਤ ਵਸ਼ਲ ਭਲਿਆਈ ਆਹੋ, ਪਤਿਤ ਉਦਾਹਰਣ ਪਾਪ ਕਮਾਣਾ। ਗੁਣ ਨੋ ਗੁਣ ਸਭ ਕੋ ਕਰੈ, ਔਗਣ ਕੀਤੇ ਗੁਣ ਤਿਸ ਜਾਣਾ। ਅਵਗਤ ਗਤ ਕਿਆ ਆਖ ਵਖਾਣਾ, ਅਵਗਤ ਗਤ ਕਿਆ ਆਖ ਵਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ। ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚੋਂ ਆਪ ਜੀ ਨੇ 10ਵੀਂ ਵਾਰ ਦੀ 18ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਇੱਕ ਕਥਾ ਦਾ ਜ਼ਿਕਰ ਕਰਦੇ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਇਸ ਦਾ ਜ਼ਿਕਰ ਹੈ। ਗੌਤਮ ਰਿਸ਼ੀ, ਉਹਦੀ ਪਤਨੀ ਅਹਿਲਿਆ, ਉਹਦੇ ਸੋਹਣੇ ਰੂਪ ਨੂੰ ਵੇਖ ਕੇ ਇੰਦਰ, ਉਹਦਾ ਮਨ ਬੇਈਮਾਨ ਹੋਇਆ। ਰਿਸ਼ੀ ਦੇ ਘਰੇ ਗਿਆ, ਰਿਸ਼ੀ ਤੋਂ ਸ਼ਰਾਪ ਮਿਲਿਆ, ਬਹੁਤ ਪਛਤਾਇਆ। ਸੋ ਭਾਈ ਗੁਰਦਾਸ ਜੀ ਨੇ ਇਹ ਕਥਾ ਨਿਰੂਪਣ ਕਰਕੇ ਸੁਚੇਤ ਕੀਤਾ ਹੈ, ਮਨੁੱਖ ਸਦਾ ਹੀ ਵਿਵਚਾਰ ਦੇ ਵੱਲੋਂ ਬਚ ਕੇ ਰਹੇ, ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖੇ ਔਰ ਮਾਲਕ ਦੇ ਚਰਨਾਂ ਵਿੱਚ ਸਦਾ ਹੀ ਅਰਦਾਸਾਂ ਕਰਦਾ ਰਹੇ। ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ, ਉੱਚਾ ਸੁੱਚਾ ਜੀਵਨ ਬਖਸ਼ਣਾ ਔਰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਸੋ ਆਓ ਇਹ ਕਥਾਵਾਂ ਆਪ ਨੇ
ਪਹਿਲਾਂ ਵੀ ਕਈ ਵਾਰ ਸਰਵਣ ਕੀਤੀਆਂ ਨੇ। ਤਕਰੀਬਨ ਬਹੁਤੇ ਸਰੋਤਿਆਂ ਨੂੰ ਇਹਨਾਂ ਕਥਾਵਾਂ ਦਾ ਗਿਆਨ ਹੈ। ਸੋ ਆਓ ਸੰਖੇਪ ਦੇ ਵਿੱਚ ਜਿਵੇਂ ਭਾਈ ਗੁਰਦਾਸ ਜੀ ਲਿਖ ਰਹੇ ਹੈ, ਸਰਵਣ ਕਰੀਏ। ਵਾਹਿਗੁਰੂ ਜੀ। ਗੋਤਮ ਨਾਰ ਅਹਿਲਿਆ, ਤਿਸਨੋ ਦੇਖ ਇੰਦਰ ਲੋਭਾਣਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਗੋਤਮ ਰਿਸ਼ੀ, ਇਹ ਰਿਸ਼ੀ ਦਾ ਨਾਮ ਹੈ। ਗੋਤਮ ਰਿਸ਼ੀ ਦੀ ਧਰਮ ਪਤਨੀ, ਉਹਦੀ ਘਰਵਾਲੀ, ਉਹਦਾ ਨਾਮ ਹੈ ਅਹਿਲਿਆ। ਜੋਬਨਵੰਤੀ ਸੀ, ਸੋਹਣੇ ਰੂਪ ਵਾਲੀ ਸੀ। ਤਿਸਨੋ ਦੇਖ ਇੰਦਰ ਲੋਭਾਣਾ, ਉਹਨੂੰ ਵੇਖ ਕੇ, ਉਹਦੇ ਸੋਹਣੇ ਰੂਪ ਨੂੰ ਵੇਖ ਕੇ ਇੰਦਰ ਉਹਦੇ 'ਤੇ ਲੋਭਾਇਮਾਨ ਹੋ ਗਿਆ। ਸੋ ਉਹਦਾ ਮਨ ਬੇਈਮਾਨ ਹੋਇਆ। ਪਰ ਘਰ ਜਾਏ ਸਰਾਪ ਲੈ, ਹੋਏ ਸਹਿਸ ਭਗ ਪਛੋਤਾਣਾ। ਤੇ ਇੰਦਰ ਕਾਮ ਵਾਸ਼ਨਾ ਦੀ ਪੂਰਤੀ ਦੇ ਲਈ ਪਰਾਏ ਘਰ ਗਿਆ। ਪਰ ਇਸਤਰੀ ਗਮਨ ਕਰਨ ਲਈ ਉਹ ਰਿਸ਼ੀ ਦੇ ਘਰੇ ਗਿਆ ਤੇ ਰਿਸ਼ੀ ਤੋਂ ਉਸ ਨੇ ਸਰਾਪ ਲੈ ਲਿਆ। ਕਥਾ ਤਕਰੀਬਨ ਸਾਰਿਆਂ ਨੂੰ ਪਤਾ, ਜਿਵੇਂ ਮੈਂ ਜ਼ਿਕਰ ਕੀਤਾ ਹੈ। ਗੌਤਮ ਰਿਸ਼ੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਤੇ ਇਸ਼ਨਾਨ ਲਈ ਜਾਂਦਾ ਸੀ। ਇੰਦਰ ਨੇ ਵਲ ਛਲ ਕਰਕੇ, ਜਿਵੇਂ ਇਹ ਪੌਰਾਣਿਕ ਕਥਾ ਆਉਂਦੀ ਹੈ, ਪਹਿਲਾਂ ਚੰਦਰਮਾ ਚੜ੍ਹਾ ਦਿੱਤਾ, ਕੁੱਕੜ ਤੋਂ ਬਾਂਗ ਦਵਾ ਦਿੱਤੀ। ਰਿਸ਼ੀ ਉੱਠਿਆ, ਆਪਣੀ ਧੋਤੀ ਫੜ ਕੇ ਗੰਗਾ ਨੂੰ ਚਲਿਆ ਗਿਆ ਇਸ਼ਨਾਨ ਕਰਨ ਲਈ। ਪਿੱਛੋਂ ਇਹ ਇੰਦਰ ਇੱਕ ਬਿੱਲੇ ਦਾ ਰੂਪ ਧਾਰ ਕੇ ਘਰੇ ਆ ਗਿਆ। ਅੰਦਰ ਜਾ ਕੇ ਉਹਨੇ ਗੌਤਮ ਰਿਸ਼ੀ ਦਾ ਰੂਪ ਧਾਰ ਲਿਆ। ਰਿਸ਼ੀ ਨੂੰ ਅੱਗੋਂ ਗੰਗਾ 'ਚੋਂ ਆਵਾਜ਼ ਆਈ, ਭਾਖਿਆ ਆਈ, ਰਿਸ਼ੀ ਜੀ, ਇਹ ਤਾਂ ਸਮਾਂ ਅਜੇ ਬਹੁਤ ਰਹਿੰਦਾ, ਅੰਮ੍ਰਿਤ ਵੇਲਾ ਤਾਂ ਹੋਇਆ ਨਹੀਂ, ਅੱਧੀ ਰਾਤ ਦਾ ਵੇਲਾ ਹੈ, ਤੂੰ ਘਰੇ ਜਾ। ਇੰਦਰ ਜਦੋਂ ਘਰੇ ਆਇਆ, ਵਾਹਿਗੁਰੂ ਜਿਹੜਾ ਰਿਸ਼ੀ ਸੀ, ਗੌਤਮ ਰਿਸ਼ੀ ਜਦੋਂ ਘਰੇ ਆਇਆ ਤੇ ਘਰੇ ਆ ਕਰਕੇ ਜਦ ਦੇਖਿਆ, ਫਿਰ ਉਹਨੇ ਸਰਾਪ ਦੇ ਦਿੱਤਾ ਇੰਦਰ ਨੂੰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਪਰ ਘਰ ਜਾਏ, ਇਹ ਪਰਾਏ ਘਰ ਵਿੱਚ ਗਿਆ, ਸਰਾਪ ਲੈ। ਪਰਾਏ ਘਰ ਵਿੱਚ ਜਾਣ ਕਰਕੇ ਸਰਾਪ ਲੈ ਲਿਆ ਇੰਦਰ ਨੇ। ਰਿਸ਼ੀ ਨੇ ਇਹ ਸਰਾਪ ਦਿੱਤਾ ਵੀ ਤੂੰ ਇੱਕ ਭਗ ਵਾਸਤੇ ਆਇਆ, ਤੇਰੇ ਤਨ 'ਤੇ ਹਜ਼ਾਰਾਂ ਹੀ ਭਗਾਂ ਹੋ ਜਾਣਗੀਆਂ। ਸੋ ਭਾਈ ਸਾਹਿਬ ਜੀ ਉਸ ਕਥਾ ਨੂੰ ਲਿਖਦੇ ਹੈ, ਹੋਏ ਸਹਿਸ ਭਾਗ ਪਛੋਤਾਣਾ। ਇੰਦਰ ਦੇ ਸਰੀਰ 'ਤੇ ਹਜ਼ਾਰਾਂ ਹੀ ਭਗਾਂ ਦੇ ਚਿੰਨ੍ਹ ਹੋ ਗਏ ਤੇ ਬਹੁਤ ਜ਼ਿਆਦਾ ਪਛਤਾਇਆ। ਸੁඤਾ ਹੋਆ ਇੰਦਰ ਲੋਕ, ਲੁਕਿਆ ਸਰਵਰ ਮਨ ਸਰਮਾਣਾ। ਹੁਣ ਜਦੋਂ ਇੰਦਰ ਨੇ ਵੇਖਿਆ ਸਰੀਰ 'ਤੇ ਹਜ਼ਾਰਾਂ ਭਗਾਂ ਹੋਈਆਂ ਤੇ ਬਹੁਤ ਪਛਤਾਇਆ। ਸ਼ਰਮ ਦਾ ਮਾਰਾ ਫਿਰ ਇੰਦਰ ਲੋਕ ਦੇ ਵਿੱਚ ਗਿਆ ਹੀ ਨਹੀਂ। ਇੰਦਰ ਲੋਕ ਸੁੰਨਿਆ ਹੋ ਗਿਆ। ਇੱਕ ਸਰੋਵਰ ਦੇ ਵਿੱਚ, ਇੱਕ ਫਿਰ ਤਲਾਬ ਦੇ ਵਿੱਚ, ਪਾਣੀ ਵਿੱਚ ਵੜ ਕੇ ਨਾ, ਕੌਲ ਫੁੱਲ ਸਨ ਉਹਦੇ ਵਿੱਚ, ਉਹਨਾਂ ਦੇ ਹੇਠਾਂ ਲੁਕ ਗਿਆ ਤੇ ਫਿਰ ਲੱਗਾ ਰੱਬ ਨੂੰ ਚੇਤੇ ਕਰਨ, ਪ੍ਰਭੂ ਨੂੰ ਸਿਮਰਨ ਲੱਗਾ, ਹੈ ਪ੍ਰਭੂ ਕਿਰਪਾ ਕਰੋ, ਮੈਥੋਂ ਗਲਤੀ ਹੋ ਗਈ, ਭੁੱਲ ਹੋ ਗਈ। ਉਧਰ ਜਦੋਂ ਇੰਦਰਪੁਰੀ ਸੁੰਨੀ ਹੋ ਗਈ, ਖਾਲੀ ਹੋ ਗਈ, ਤੇ ਜਿਹੜੇ ਦੇਵਤੇ ਸੀ ਉਹ ਇੰਦਰ ਨੂੰ ਲੱਭਣ ਲੱਗੇ ਕਿ ਕਿੱਥੇ ਚਲਿਆ ਗਿਆ ਹੈ। ਸਹਿਸ ਭਗਹੁ ਲੋਇਣ ਸਹਿਸ,
ਲੈਂਦੋਈ ਇੰਦਰਪੁਰੀ ਸਿਧਾਣਾ। ਸੋ ਜਦੋਂ ਇੰਦਰ ਨੇ ਪਸ਼ਚਾਤਾਪ ਕੀਤਾ, ਪ੍ਰਭੂ ਨੂੰ ਚੇਤੇ ਕੀਤਾ, ਸਿਮਰਨ ਕਰਨ ਦੇ ਨਾਲ ਉਹਦਾ ਫਲ ਇਹ ਹੋਇਆ ਕਿ ਉਹਦੇ ਤਨ 'ਤੇ ਜੋ ਭਗਾਂ ਦੇ ਚਿੰਨ੍ਹ ਸਨ, ਉਹਨਾਂ ਦੇ ਥਾਂ 'ਤੇ 1000 ਨੇਤਰ ਬਣ ਗਏ। ਸਹਿਸ ਭਗਹੁ ਲੋਇਣ ਸਹਿਸ, ਲੈਂਦੋਈ ਇੰਦਰਪੁਰੀ ਸਿਧਾਣਾ। ਅਤੇ ਫਿਰ ਇਸ ਤਬਦੀਲੀ ਮਗਰੋਂ ਜਦੋਂ ਉਹ ਨੇਤਰ ਬਣ ਗਏ ਤਾਂ ਫਿਰ ਇੰਦਰ ਜਿਹੜਾ ਸੀ ਉਹ ਇੰਦਰ ਲੋਕ ਨੂੰ ਚਲਿਆ ਗਿਆ। ਸਤੀ ਸਤਹੁ ਟਲ ਸਿਲਾ ਹੋਏ, ਨਦੀ ਕਿਨਾਰੇ ਬਾਝ ਪਰਾਣਾ। ਅਤੇ ਜਿਹੜੀ ਸਤੀ ਸੀ ਗੌਤਮ ਰਿਸ਼ੀ ਦੀ ਇਸਤਰੀ ਅਹਿਲਿਆ, ਸੋ ਉਹਦਾ ਸਤ ਟਲ ਗਿਆ। ਇਸ ਕਰਕੇ ਰਿਸ਼ੀ ਨੇ ਉਹਨੂੰ ਵੀ ਸਰਾਪ ਦੇ ਦਿੱਤਾ ਵੀ ਤੂੰ ਪੱਥਰ ਦੀ ਮੂਰਤੀ ਸੈਂ। ਉਹਨੇ ਕਿਹਾ ਤੁਹਾਡਾ ਰੂਪ ਧਾਰ ਕੇ ਜਦੋਂ ਆਇਆ, ਮੈਨੂੰ ਕੀ ਪਤਾ ਵੀ ਤੂੰ ਹੈ ਕਿ ਕੋਈ ਹੋਰ ਹੈ। ਸਤੀ ਸਤਹੁ ਟਲ ਸਿਲਾ ਹੋਏ। ਸੋ ਰਿਸ਼ੀ ਦੇ ਕਹਿਣ ਕਰਕੇ ਵੀ ਤੂੰ ਸਿਲਾ ਬਣ ਜਾ, ਉਹ ਪੱਥਰ ਦੀ ਸਿਲਾ ਬਣ ਗਈ। ਗੌਤਮ ਰਿਸ਼ੀ ਨੇ ਅਹਿਲਿਆ ਨੂੰ ਸਰਾਪ ਦੇ ਦਿੱਤਾ। ਸੋ ਇਸ ਤਰ੍ਹਾਂ ਪਤੀ ਬ੍ਰਤ ਧਰਮ ਦੇ ਸੱਤ ਤੋਂ ਟਲਣ ਦੀ ਇਹ ਸਜ਼ਾ ਮਿਲੀ ਅਹਿਲਿਆ ਨੂੰ। ਨਦੀ ਕਿਨਾਰੇ ਬਾਝ ਪਰਾਣਾ, ਪਰਾਣਾ ਤੋਂ ਬਿਨਾਂ ਹੋ ਕਰਕੇ, ਭਾਵ ਪੱਥਰ ਦੀ ਮੂਰਤੀ ਬਣ ਕੇ ਅਤੇ ਨਦੀ ਦੇ ਇੱਕ ਕਿਨਾਰੇ 'ਤੇ ਆਣ ਟਿਕੀ। ਅਤੇ ਫਿਰ ਨਾਲ ਹੀ ਪੁੱਛਿਆ ਸੀ ਅਹਿਲਿਆ ਨੇ ਵੀ ਮੇਰਾ ਪਾਰ ਉਤਾਰਾ ਕਦੋਂ ਹੋਵੇਗਾ। ਅਤੇ ਰਿਸ਼ੀ ਨੇ ਦੱਸਿਆ ਸੀ ਵੀ ਤੇਰਾ ਪਾਰ ਉਤਾਰਾ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਆਉਣਗੇ, ਉਹ ਤੇਰਾ ਪਾਰ ਉਤਾਰਾ ਕਰਨਗੇ। ਰਘੁਪਤ ਚਰਨ ਸੁਹੰਦਿਆਂ, ਚੱਲੀ ਸੁਰਗਪੁਰ ਬਣੇ ਬਿਬਾਣਾ। ਭਾਈ ਗੁਰਦਾਸ ਜੀ ਕਹਿੰਦੇ ਹਜ਼ਾਰਾਂ ਵਰ੍ਹੇ, ਹਜ਼ਾਰਾਂ ਸਾਲ ਧੁੱਪਾਂ ਅਤੇ ਛਾਵਾਂ ਵਿੱਚ ਪਏ ਰਹਿਣ ਪਿੱਛੋਂ ਇਸ ਪੱਥਰ ਦੀ ਇਹ ਜਿਹੜੀ ਸਿਲਾ ਸੀ ਨਾ, ਅਹਿਲਿਆ ਪੱਥਰ ਦੀ ਸਿਲਾ ਬਣੀ। ਇਸ ਸਿਲ ਨੂੰ ਜਦ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਦਾ ਸਪਰਸ਼ ਹੋਇਆ, ਰਘੁਪਤ ਚਰਨ ਸੁਹੰਦਿਆਂ, ਸ਼੍ਰੀ ਰਾਮ ਚੰਦਰ ਜੀ ਦੇ ਜਦੋਂ ਬਨਵਾਸ ਦੇ ਵਿੱਚ ਸਨ, ਉਸ ਸਮੇਂ ਜਦੋਂ ਚਰਨ ਛੂਹੇ ਤਾਂ ਫਿਰ ਅਹਿਲਿਆ ਦਾ ਪਾਰ ਉਤਾਰਾ ਹੋ ਗਿਆ। ਉਹ ਪੱਥਰ ਦੀ ਜਿਹੜੀ ਸਿਲਾ ਬਣੀ ਪਈ ਸੀ ਉਹਦੇ ਵਿੱਚ ਜਾਨ ਪਈ। ਫਿਰ ਉਹਨੇ ਸਰੀਰ ਛੱਡਿਆ ਅਤੇ ਸੁਰਗਪੁਰੀ ਨੂੰ ਬਿਬਾਨ 'ਤੇ ਚੜ੍ਹ ਕੇ ਚਲੀ ਗਈ। ਇਸ ਤਰ੍ਹਾਂ ਅਹਿਲਿਆ ਦਾ ਪਾਰ ਉਤਾਰਾ ਹੋਇਆ। ਭਗਤ ਵਸ਼ਲ ਭਲਿਆਈ ਆਹੋ, ਪਤਤ ਉਦਾਹਰਣ ਪਾਪ ਕਮਾਣਾ। ਜਿਹੜੀ ਗੌਤਮ ਰਿਸ਼ੀ ਦੀ ਪੁੱਤਰੀ ਸੀ ਅੰਜਨਾ, ਉਹਨੂੰ ਵੀ ਸਰਾਪ ਦੇ ਦਿੱਤਾ ਸੀ ਵੀ ਤੇਰੀ ਕੁਆਰੀ ਦੇ ਘਰੇ ਹੀ ਸੰਤਾਨ ਪੈਦਾ ਹੋਵੇਗੀ। ਪਰ ਉਹ ਵੀ ਕਥਾ ਬੜੀ ਲੰਮੀ ਹੈ। ਫਿਰ ਉਹਦੇ ਘਰ ਦੇ ਵਿੱਚ ਹਨੂੰਮਾਨ ਪੈਦਾ ਹੋਏ ਸੀ, ਅੰਜਨਾ ਦਾ ਵਿਆਹ ਨਹੀਂ ਸੀ ਹੋਇਆ। ਸੋ ਭਾਈ ਗੁਰਦਾਸ ਸਾਹਿਬ ਜੀ ਇਹ ਕਥਾ ਲਿਖ ਕੇ ਸੁਚੇਤ ਕਰਦੇ ਨੇ ਹਰ ਪ੍ਰਾਣੀ ਮਾਤਰ ਨੂੰ। ਭਗਤ ਵਸ਼ਲ ਭਲਿਆਈ ਆਹੋ, ਪਤਤ ਉਦਾਹਰਣ ਪਾਪ ਕਮਾਣਾ। ਕਹਿੰਦੇ ਇਹੋ ਜਿਹੀਆਂ ਭਲਾਈਆਂ ਕਰਨ ਕਰਕੇ ਪ੍ਰਭੂ ਦਾ ਨਾਮ ਭਗਤ ਵਸ਼ਲ ਹੈ। ਜਦੋਂ ਪਛਤਾਪ ਕੀਤਾ, ਉਸਨੇ ਪਸ਼ਚਾਤਾਪ ਕੀਤਾ, ਇੰਦਰ ਨੇ ਸਿਮਰਨ ਕੀਤਾ, ਫਿਰ ਉਹ ਚਿੰਨ੍ਹ ਜਿਹੜੇ ਸੀ ਉਹ ਨੇਤਰਾਂ ਦੇ ਵਿੱਚ ਬਦਲ ਗਏ ਔਰ ਸ਼੍ਰੀ ਰਾਮ ਚੰਦਰ ਨੇ ਆ ਕੇ ਅਹਿਲਿਆ ਦਾ ਪਾਰ ਉਤਾਰਾ ਕੀਤਾ। ਪ੍ਰਭੂ ਜਿਹੜਾ ਹੈ ਉਹ ਭਗਤ ਵਸ਼ਲ ਹੈ। ਭਲਾਈਆਂ ਕਰਨ ਕਰਕੇ ਉਹਦਾ ਨਾਮ ਭਗਤ ਵਸ਼ਲ ਪਿਆ ਹੈ। ਪਤਤ ਉਦਾਹਰਣ ਪਾਪ ਕਮਾਣਾ, ਪਾਪ ਕਮਾਉਣ ਵਾਲਿਆਂ ਪਾਪੀਆਂ ਨੂੰ ਵੀ ਉਹ ਪਾਰ ਕਰ ਦਿੰਦਾ, ਇਸ ਕਰਕੇ ਉਹਨੂੰ ਪਤਤ ਉਦਾਹਰਣ ਕਿਹਾ ਜਾਂਦਾ ਹੈ। ਗੁਣ ਨੋ ਗੁਣ ਸਭ ਕੋ ਕਰੈ, ਔਗਣ ਕੀਤੇ ਗੁਣ ਤਿਸ ਜਾਣਾ। ਗੁਣ ਕਰਨ ਵਾਲੇ ਨਾਲ ਸਾਰੇ ਗੁਣ ਕਰਦੇ ਹੈ, ਪਰ ਜਿਹੜਾ ਔਗਣ ਕਰਦਾ ਉਹਦੇ ਨਾਲ ਵੀ ਕੋਈ ਗੁਣਾਂ ਵਾਲਾ ਵਿਹਾਰ ਕਰੇ, ਇਹ ਤਾਂ ਪਰਮਾਤਮਾ ਨੂੰ ਹੀ ਬਣ ਆਉਂਦੀ ਹੈ। ਜਾਂ ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ
ਮਹਾਂਪੁਰਖ ਹੁੰਦੇ ਹੈ, ਉਹ ਔਗਣ ਜੇ ਕੋਈ ਕਰਦਾ ਉਹਨਾਂ ਦੇ ਨਾਲ ਵੀ ਗੁਣਾਂ ਵਾਲਾ ਸਲੂਕ ਕਰਦੇ ਹੈ। ਭਲੇ ਨਾਲ ਜੇ ਕੋਈ ਕਿਸੇ ਦਾ ਭਲਾ ਕਰਦਾ ਨਾ, ਤਾਂ ਦੂਜਾ ਵੀ ਉਹਦਾ ਭਲਾ ਲੋਚਦਾ, ਭਲਾ ਕਰਦਾ। ਪਰ ਵਿਰਲੇ ਹੁੰਦੇ ਹੈ ਰੱਬ ਦੇ ਪਿਆਰੇ, ਜੇ ਉਹਨਾਂ ਦਾ ਬੁਰਾ ਕਰੀਏ ਤਾਂ ਵੀ ਉਹ ਭਲਾ ਹੀ ਕਹਿੰਦੇ ਆ, ਇਹਦਾ ਵੀ ਭਲਾ ਹੋਵੇ, ਉਹਨੂੰ ਬੁਰਾ ਕਰਦਾ ਰਹਿਣ ਦੇ ਮੇਰਾ। ਸੋ ਭਾਈ ਸਾਹਿਬ ਜੀ ਕਹਿੰਦੇ ਨੇ, ਗੁਣ ਨੂੰ ਗੁਣ ਸਭ ਕੋ ਕਰੇ, ਵੀ ਗੁਣ ਕਰਨ ਵਾਲੇ ਨਾਲ ਤਾਂ ਸਾਰੇ ਹੀ ਗੁਣ ਕਰਦੇ। ਔਗਣ ਕੀਤੇ ਗੁਣ ਤਿਸ ਜਾਣਾ, ਪਰ ਜਿਹੜਾ ਔਗਣਾਂ ਵਾਲੇ ਨਾਲ ਵੀ ਗੁਣ ਹੀ ਕਰੇ, ਕਹਿੰਦੇ ਇਹੋ ਜਿਹੇ ਮਹਾਂਪੁਰਸ਼ ਜਾਂ ਪਰਮੇਸ਼ਰ ਨੂੰ ਉਪਕਾਰੀ ਕਿਹਾ ਜਾਂਦਾ। ਵਾਹਿਗੁਰੂ ਵੀ ਉਪਕਾਰ ਕਰਦਾ ਹੈ, ਉਹ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ, ਅਤੇ ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਤਾਂ ਤਾਰਦਾ ਹੀ ਹੈ। ਸੋ ਬਹੁਤ ਵੱਡਾ ਪਰਉਪਕਾਰੀ ਹੈ ਪਰਮੇਸ਼ਰ। ਜੋ ਕੋਈ ਪਾਪ ਕਰਮ ਕਰਦਾ ਹੈ ਉਹਦਾ ਪਸ਼ਚਾਤਾਪ ਕਰੇ ਅਤੇ ਵਾਹਿਗੁਰੂ ਫਿਰ ਖਿਮਾ ਕਰਦਾ ਹੈ। ਅਵਗਤ ਗਤ ਕਿਆ ਆਖ ਵਖਾਣਾ। ਸੋ ਅਵਗਤ ਪਰਮੇਸ਼ਰ ਦੀ ਜੋ ਗਤ ਅਵਸਥਾ ਹੈ, ਭਾਈ ਸਾਹਿਬ ਜੀ ਕਹਿੰਦੇ ਉਹਨੂੰ ਕੀ ਕਹਿ ਕੇ ਕੋਈ ਦੱਸੇ। ਸੋ ਉਹਦੀ ਅਵਸਥਾ ਨੂੰ ਵਾਹਿਗੁਰੂ ਜੀ ਨੂੰ ਦੱਸਿਆ ਨਹੀਂ ਜਾ ਸਕਦਾ। ਉਹਦੀ ਮਹਿਮਾ ਕੀਤੀ ਜਾ ਸਕਦੀ ਹੈ ਪਰ ਪੂਰਨ ਤੌਰ 'ਤੇ ਨਹੀਂ। ਸੋ ਵਾਹਿਗੁਰੂ ਬੜਾ ਦਿਆਲੂ ਹੈ। ਸੋ ਸਾਨੂੰ ਸਿੱਖਿਆ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਕਿ ਹਮੇਸ਼ਾ ਮਨੁੱਖ ਆਪਣੇ ਜੀਵਨ ਨੂੰ ਉੱਚਾ ਰੱਖੇ, ਔਰ ਜੇ ਜੀਵਨ ਵਿੱਚ ਗਲਤੀ ਭੁੱਲ ਹੁੰਦੀ ਹੈ ਤਾਂ ਵਾਹਿਗੁਰੂ ਨੂੰ ਸਦਾ ਹੀ ਚੇਤੇ ਕਰੇ, ਉਹਦੇ ਚਰਨਾਂ 'ਚ ਅਰਦਾਸ ਕਰੇ। ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਗੁਰਮਤਿ ਦਾ ਵੱਡਾ ਸਿਧਾਂਤ ਬਖਸ਼ਿਆ ਹੈ, 5 ਕਕਾਰਾਂ ਦੀ ਰਹਿਤ ਰੱਖਣੀ ਔਰ 4 ਕੁਰੈਤਾਂ ਤੋਂ ਬਚ ਕੇ ਰਹਿਣਾ। ਇਹਨਾਂ 4 ਕੁਰੈਤਾਂ ਦੇ ਵਿੱਚੋਂ ਜੇ ਕੋਈ ਕੁਰੈਤ ਮਨੁੱਖ ਦੇ ਕੋਲੋਂ ਹੁੰਦੀ ਹੈ, ਸਿੱਖ ਕੋਲੋਂ, ਤਾਂ ਉਹ 5 ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਉਹਨਾਂ ਦੇ ਕੋਲੋਂ ਖਿਮਾ ਜਾਚਨਾ ਕਰੇ, ਅਤੇ 5 ਪਿਆਰੇ ਸਾਹਿਬਾਨ ਗੁਰੂ ਚਰਨਾਂ 'ਚ ਅਰਦਾਸ ਕਰਕੇ ਖਿਮਾ ਜਾਚਨਾ ਦਵਾ ਦਿੰਦੇ ਹੈ, ਔਰ ਨਾਲ ਫਿਰ ਉਸ ਨੂੰ ਤਨਖਾਹ ਲਾਉਂਦੇ ਹੈ ਵੀ ਪਸ਼ਚਾਤਾਪ ਕਰਨ ਲਈ ਜੋ ਵੀ ਯੋਗ ਹੋਵੇ ਤੂੰ ਬਾਣੀ ਪੜ੍ਹਨੀ ਹੈ, ਸੰਗਤ ਦੇ ਜੋੜੇ ਝਾੜਨੇ ਹੈ, ਇਸ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਨੀ ਹੈ। ਸੋ ਇਸ ਤਰ੍ਹਾਂ 5 ਪਿਆਰੇ ਸਾਹਿਬਾਨ ਗੁਰੂ ਚਰਨਾਂ 'ਚ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਖਿਮਾ ਜਾਚਨਾ ਕਰਵਾ ਕੇ ਸੋ ਖਿਮਾ ਦਵਾ ਦਿੰਦੇ ਹੈ। ਸੋ ਜੀਵਨ ਨੂੰ ਉੱਚਾ ਸੁੱਚਾ ਰੱਖਣਾ ਹੈ। ਹੁਣ ਇਸ ਤੋਂ ਅਗਲੀ ਜੋ 19ਵੀਂ ਪੌੜੀ ਹੈ, ਇਸ 19ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਵਾਲਮੀਕ ਦੀ ਕਥਾ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਡਾਕੂ ਤੋਂ ਸੰਤ ਬਣਿਆ, ਰਾਹ ਮਾਰ ਸੀ ਧਾੜਵੀ ਸੀ। ਸੋ ਇਹ ਪੌੜੀ ਦੀ ਕਥਾ ਕਰਨ ਤੋਂ ਪਹਿਲਾਂ ਜ਼ਿਕਰ ਕਰ ਦੇਵਾਂ, ਵਾਲਮੀਕ 2 ਹੋਏ ਹੈ। ਇੱਕ ਰਿਸ਼ੀ ਵਾਲਮੀਕ ਹੋਇਆ ਹੈ, ਔਰ ਇਹ ਵਾਲਮੀਕ ਹੋਇਆ ਡਾਕੂ, ਜਿਹੜਾ ਇਹ ਡਾਕੂ ਤੋਂ ਫਿਰ ਚੰਗੇ ਜੀਵਨ ਵਾਲਾ ਸੰਤ ਬਣ ਗਿਆ। ਵਾਲਮੀਕ ਰਿਸ਼ੀ ਦੀ ਗੱਲ ਨਹੀਂ ਕਰ ਰਹੇ ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ, ਦੂਜੇ ਵਾਲਮੀਕ ਦੀ ਗੱਲ ਕਰ ਰਹੇ ਹੈ। ਸੋ ਸਰੋਤੇ ਸੁਣਨ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ। ਵਾਟੈ ਮਾਨਸ ਮਾਰਦਾ, ਬੈਠਾ ਵਾਲਮੀਕ ਵਟਵਾੜਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਵਾਟੈ ਰਸਤੇ ਦੇ ਵਿੱਚ, ਮਾਨਸ ਮਾਰਦਾ ਰਸਤੇ ਵਿੱਚ ਬੈਠਾ ਹੋਇਆ, ਜਿਹੜੇ ਰਾਹੀ ਮਨੁੱਖ ਉੱਥੋਂ ਲੰਘਦੇ ਸੀ ਉਹਨਾਂ ਨੂੰ ਫੜ ਕੇ ਜਿਹੜਾ ਵਾਲਮੀਕ ਸੀ ਵਟਵਾੜਾ, ਰਾਹ ਮਾਰ ਕਰਨ ਵਾਲਾ, ਧਾੜਵੀ ਬਣ ਕੇ ਰਾਹੀਆਂ ਨੂੰ ਲੁੱਟ ਲੈਂਦਾ ਸੀ, ਅਤੇ ਜਿਹੜੇ ਰਾਹੀ ਸਨ ਉਹਨਾਂ ਨੂੰ ਮਾਰ ਦਿੰਦਾ ਸੀ, ਜਾਨੋਂ ਮਾਰ ਦਿੰਦਾ ਸੀ, ਖਤਮ ਕਰ ਦਿੰਦਾ ਸੀ। ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਆ ਖਿੰਜੋ ਤਾੜਾ। ਇੱਕ ਦਿਨ ਕੀ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਰਾਹ ਵਿੱਚ ਬੈਠਾ ਸੀ ਕਿ ਕੋਈ ਰਾਹੀ ਆਵੇ
ਤੇ ਮੈਂ ਉਹਦਾ ਕਤਲ ਕਰਕੇ ਜੋ ਧਨ ਦੌਲਤ ਹੋਵੇ ਖੋਹ ਲਵਾਂ। ਇੱਕ ਦਿਨ ਕੋਈ ਪੂਰਨ ਸੰਤ ਪਰਮੇਸ਼ਰ ਦੇ ਪਿਆਰੇ ਆ ਗਏ, ਪੂਰਾ ਸਤਿਗੁਰ ਭੇਟਿਆ, ਪੂਰਾ ਸਤਿਗੁਰੂ ਉਸ ਰਸਤੇ ਉਹਨੂੰ ਆ ਮਿਲਿਆ। ਮਨ ਵਿੱਚ ਹੋਆ ਖਿੰਜੋ ਤਾੜਾ। ਹੁਣ ਉਹ ਪੂਰਨ ਸੰਤ ਸਨ, ਰੱਬ ਦੇ ਪਿਆਰੇ। ਉਹਨਾਂ ਦੇ ਚਿਹਰੇ ਦਾ ਜਲਾਲ ਵੱਖਰਾ ਸੀ, ਚਿਹਰੇ 'ਤੇ ਵੱਖਰਾ ਨੂਰ ਸੀ। ਅਤੇ ਬਾਲਮੀਕ ਦੇ ਮਨ ਦੇ ਵਿੱਚ ਖਿੰਜੋ ਤਾੜਾ, ਮਨ ਵਿੱਚ ਕਈ ਵਿਚਾਰਾਂ ਪੈਦਾ ਹੋ ਗਈਆਂ, ਦੋ ਰਾਵਾਂ ਪੈਦਾ ਹੋ ਗਈਆਂ ਵੀ ਮਾਰਾਂ ਕਿ ਨਾ ਮਾਰਾਂ ਇਹਨਾਂ ਨੂੰ। ਲੱਗਦੇ ਕੋਈ ਪਰਮੇਸ਼ਰ ਦੇ ਪਿਆਰੇ ਸੰਤ ਹੈ, ਅਤੇ ਆਮ ਰਾਹੀਆਂ ਨੂੰ ਤਾਂ ਮੈਂ ਲੁੱਟਦਾ ਰਹਿੰਦਾ, ਮਾਰਦਾ ਰਹਿੰਦਾ, ਵੀ ਇਹਨਾਂ ਨੂੰ ਮਾਰਾਂ ਕਿ ਨਾ ਮਾਰਾਂ। ਉਹਨਾਂ ਦਾ ਚਿਹਰੇ ਦਾ ਪ੍ਰਭਾਵ ਵੇਖ ਕੇ ਨਾ ਬਾਲਮੀਕ ਦਾ ਮਨ ਰਾਏ ਨਾ ਕਰ ਸਕਿਆ ਵੀ ਕਰਾਂ ਤੇ ਕਰਾਂ ਕੀ। ਮਾਰਨ ਨੂੰ ਲੋਚੈ ਕਣਾ, ਕੱਢ ਨ ਹੰਗੈ ਹੱਥ ਉਗਾੜਾ। ਮਾਰਨਾ ਤਾਂ ਚਾਹੁੰਦਾ ਹੈ ਬਾਲਮੀਕ, ਮਾਰਨ ਨੂੰ ਲੋਚੈ ਘਣਾ, ਬਹੁਤਾ ਚਾਹੁੰਦਾ ਵੀ ਮਾਰ ਦੇਵਾਂ, ਧਨ ਦੌਲਤ ਜੋ ਹੋਵੇਗੀ ਖੋਹ ਲਵਾਂਗਾ। ਕੱਢ ਨਾ ਹੰਗੈ ਹੱਥ ਉਗਾੜਾ, ਪਰ ਹੱਥ ਚੁੱਕਣ ਤੋਂ ਉਹਦਾ ਜਿਹੜਾ ਹੱਥ ਹੈ ਨਾ ਉਤਾਂਹ ਨੂੰ ਨਹੀਂ ਹੁੰਦਾ। ਅੱਜ ਮਨ ਉਹਦਾ ਨਾ ਭਾਰਾ ਹੋ ਗਿਆ, ਬੋਝਲ ਹੋ ਗਿਆ। ਇਹਨਾਂ ਦੇ ਉੱਤੇ ਸ਼ਸਤਰ ਦਾ ਵਾਰ ਕਰਾਂ ਕਿ ਨਾ ਕਰਾਂ, ਦੁਚਿੱਤੀ ਵਿੱਚ ਹੈ। ਸਤਿਗੁਰ ਮਨੁਆ ਰਾਖਿਆ, ਹੋਏ ਨ ਆਵੈ ਉੱਛੇ ਹਾੜਾ। ਪਾਠ ਉੱਛੇ ਹਾੜਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹੁਣ ਉਹ ਪੂਰਨ ਸੰਤ ਸੀ, ਮਨ ਵਿੱਚ ਤਬਦੀਲੀ ਤਾਂ ਆਉਣੀ ਹੁੰਦੀ ਹੈ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪੂਰਨ ਸੰਤ ਜਨ ਹੁੰਦੇ ਹੈ, ਰੱਬ ਦੇ ਪਿਆਰੇ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਮਨ ਜਿਹੜਾ ਨਾ ਉਹ ਮਨ ਵਿੱਚ ਆਪਣੇ ਆਪ ਨੂੰ ਕਹਿੰਦਾ ਵੀ ਬੰਦਿਆ ਤੂੰ ਕਿਹੜੇ ਰਾਹ 'ਤੇ ਪਿਆ ਹੈ, ਕਿ ਚੰਗੇ ਰਸਤੇ 'ਤੇ ਪ੍ਰੇਮਾ ਭਗਤੀ ਦੇ ਮਾਰਗ 'ਤੇ ਚੱਲ। ਤਬਦੀਲੀ ਆਉਂਦੀ ਹੈ। ਸੋ ਪੂਰੇ ਸਤਿਗੁਰੂ ਨੇ ਉਹਦੇ ਮਨ ਨੂੰ ਰੋਕ ਕੇ ਰੱਖਿਆ, ਬਾਲਮੀਕ ਦੇ ਮਨ ਨੂੰ ਜਿਵੇਂ ਕਾਬੂ ਕਰਕੇ ਰੋਕ ਰੱਖਿਆ ਹੋਵੇ। ਸੋ ਪਹਿਲਾਂ ਝਾਟੀ ਮਾਰ ਦਿੰਦਾ ਸੀ ਅਤੇ ਰਾਹੀ ਤੋਂ ਧਨ ਖੋਹ ਲੈਂਦਾ ਸੀ। ਹੋਏ ਨਾ ਆਵੇ ਉੱਛੇ ਹਾੜਾ, ਪਰ ਅੱਜ ਉਹ ਉਤਸ਼ਾਹ, ਉਹ ਜੋਸ਼ ਇਹਦੇ ਮਨ ਦੇ ਵਿੱਚ ਪੈਦਾ ਨਹੀਂ ਹੋਇਆ ਮਾਰਨ ਵਾਸਤੇ। ਔਗਣ ਸਭ ਪਰਗਾਸੇ ਅਨ, ਰੋਜ਼ਗਾਰ ਹੈ ਇਹੋ ਅਸਾੜਾ। ਉਹ ਪਰਮੇਸ਼ਰ ਦੇ ਪਿਆਰੇ ਪੂਰਨ ਸੰਤ ਜਨ ਬਾਲਮੀਕ ਨੂੰ ਕਹਿਣ ਲੱਗੇ ਵੀ ਤੂੰ ਰਾਹੀਆਂ ਨੂੰ ਮਾਰਦਾ ਹੈ, ਲੁੱਟਦਾ ਹੈ, ਇੱਦਾਂ ਕਿਉਂ ਕਰਦਾ ਹੈ। ਫਿਰ ਆਪਣੇ ਮਨ ਦਾ ਸਾਰਾ ਔਗਣ, ਜਿੰਨੇ ਉਹਦੇ ਆਪਣੇ ਔਗਣ ਸੀ, ਸਾਰੇ ਉਹਨਾਂ ਨੇ ਵਾਲਮੀਕ ਨੇ ਪਰਮੇਸ਼ਰ ਦੇ ਪਿਆਰੇ ਸੰਤਾਂ ਦੇ ਅੱਗੇ ਖੋਲ੍ਹ ਦਿੱਤੇ, ਪ੍ਰਗਟ ਕਰ ਦਿੱਤੇ। ਕਹਿਣ ਲੱਗਾ ਰੋਜ਼ਗਾਰ ਹੈ ਇਹੋ ਅਸਾੜਾ। ਕਹਿੰਦਾ ਮੇਰਾ ਤਾਂ ਇਹ ਰੋਜ਼ਗਾਰ ਹੈ, ਇਹ ਤਾਂ ਮੇਰੀ ਕਮਾਈ ਹੈ, ਅਤੇ ਇਹੋ ਕਮਾਈ ਮੈਂ ਆਪ ਖਾਂਦਾ ਹਾਂ। ਇਹੋ ਜਿਹੜੀ ਕਮਾਈ ਹੈ ਮੈਂ ਪਰਿਵਾਰ ਨੂੰ ਖਵਾਉਂਦਾ ਹਾਂ, ਇਹ ਮੇਰਾ ਰੋਜ਼ਗਾਰ ਹੈ। ਮੈਂ ਧਾੜਵੀ ਹਾਂ, ਰਸਤੇ ਵਿੱਚ ਜਾਂਦੇ ਰਾਹੀਆਂ ਨੂੰ ਮਾਰਦਾ। ਅੱਜ ਤੁਹਾਨੂੰ ਵੇਖ ਕੇ ਇੰਨਾ ਸਮਾਂ ਲੱਗ ਗਿਆ ਅਤੇ ਮੇਰੇ ਮਨ ਵਿੱਚ ਦੁਚਿੱਤੀ ਪੈਦਾ ਹੋਈ ਹੈ ਵੀ ਤੁਹਾਨੂੰ ਮਾਰਾਂ ਕਿ ਨਾ ਮਾਰਾਂ। ਪਰਮੇਸ਼ਰ ਦੇ ਪਿਆਰੇ ਉਹ ਸੰਤ ਜਨ ਕਹਿਣ ਲੱਗੇ, ਬਾਲਮੀਕ ਗੱਲ ਇੱਦਾਂ ਹੈ, ਕਮਾਈ ਕਰਨ ਦੇ ਹੋਰ ਵੀ ਬੜੇ ਤਰੀਕੇ ਨੇ। ਰਾਹ ਜਾਂਦੇ ਬੰਦੇ ਨੂੰ ਕਤਲ ਕਰਕੇ ਉਹਦਾ ਧਨ ਫਿਰ ਪਰਿਵਾਰ ਨੂੰ ਖਵਾਉਂਦਾ, ਇਹ ਜ਼ਹਿਰ ਹੈ। ਤੇਰਾ ਵੀ ਭਲਾ ਨਹੀਂ ਹੋਣਾ ਅਤੇ ਉਹਨਾਂ ਦਾ ਵੀ ਨਹੀਂ ਹੋਣਾ। ਇਹ ਜੋ ਕੁਝ ਕਰਦਾ ਹੈ ਅੰਤ ਸਮੇਂ ਜਾ ਕੇ ਪੁੱਛ ਆਪਣੇ ਪਰਿਵਾਰ ਨੂੰ, ਪਰਿਵਾਰ ਦੇ ਜੀਆਂ ਨੂੰ, ਵੀ ਤੇਰੇ ਸਹਾਈ ਹੋਣਗੇ। ਇਹ ਜਿਹੜੀ ਕਮਾਈ ਤੂੰ ਕਰਦਾ ਹੈ, ਜਾ ਪੁੱਛ ਕੇ ਆ। ਕਹਿੰਦੇ ਅੱਛਾ, ਮੈਂ ਪੁੱਛਣ ਚਲਿਆ ਜਾਵਾਂ ਅਤੇ ਤੁਸੀਂ ਦੌੜ ਜਾਓ। ਕਹਿੰਦੇ ਨਹੀਂ ਯਕੀਨ ਤੇ ਬੰਨ੍ਹ ਜਾ ਸਾਨੂੰ ਰੱਸਿਆਂ ਨਾਲ ਇੱਥੇ।
ਕਹਿੰਦਾ ਠੀਕ ਹੈ। ਚਲਿਆ ਤਾਂ ਗਿਆ ਬੰਨ ਕੇ। ਘਰੇ ਜਾ ਕੇ ਜਦੋਂ ਜਾ ਕੇ ਪੁੱਛਿਆ ਵੀ ਕਿੱਦਾਂ ਇਹਦਾ ਫਲ ਤੁਸੀਂ ਵੀ ਭੁਗਤੋਗੇ, ਮੈਨੂੰ ਰੱਖ ਲਵੋਗੇ? ਅਤੇ ਸਾਰਿਆਂ ਨੇ ਜਵਾਬ ਦੇ ਦਿੱਤਾ, ਜਿੱਥੋਂ ਮਰਜ਼ੀ ਕਮਾ ਕੇ ਲਿਆ, ਇਹ ਤੇਰੀ ਟੈਨਸ਼ਨ ਹੈ, ਸਾਨੂੰ ਕੀ, ਸਾਨੂੰ ਤਾਂ ਖਾਣ ਨੂੰ ਅਤੇ ਪਾਉਣ ਨੂੰ ਚਾਹੀਦਾ ਹੈ, ਅਸੀਂ ਕਿਉਂ ਇਹਦੇ ਹਿੱਸੇਦਾਰ ਬਣਾਂਗੇ ਇਸ ਪਾਪ ਦੇ? ਤੂੰ ਮਾਰਦਾ, ਕਤਲ ਕਰਦਾ, ਤੂੰ ਹੀ ਬਣੇਗਾ। ਮਨ ਵਿੱਚ ਸੋਚਿਆ ਵੀ ਮਨਾ ਇਹ ਤਾਂ ਹੁਣੇ ਮੁੱਕਰਦੇ ਨੇ ਅਤੇ ਬਾਅਦ ਵਿੱਚ ਤਾਂ ਫਿਰ ਮੌਤ ਵੇਲੇ, ਅੰਤ ਵੇਲੇ ਤਾਂ ਸਾਥ ਕਿਹਨੇ ਦੇਣਾ ਹੈ? ਭਾਈ ਗੁਰਦਾਸ ਜੀ ਅੱਗੇ ਜ਼ਿਕਰ ਕਰ ਰਹੇ ਹੈ, ਘਰ ਵਿੱਚ ਪੁੱਛਣ ਘੱਲਿਆ, ਅੰਤ ਕਾਲ ਹੈ ਕੋਏ ਅਸਾੜਾ। ਘਰ ਵਿੱਚ ਪੁੱਛਣ ਵਾਸਤੇ ਉਹਨੂੰ ਭੇਜਿਆ ਵੀ ਜਾ ਕੇ ਪੁੱਛ ਵੀ ਅੰਤ ਵੇਲੇ ਕੋਈ ਮੇਰਾ ਸਾਥੀ ਹੋਵੇਗਾ। ਕੋੜ ਮੜਾ ਚੌਖੰਨੀ ਐ, ਕੋਏ ਨਾ ਬੇਲੀ ਕਰਦੇ ਝਾੜਾ। ਜਿੰਨਾ ਕੋੜਮਾ ਸੀ ਨਾ, ਆਲੇ ਦੁਆਲੇ ਬਹਿੰਦਾ ਹੁੰਦਾ ਸੀ, ਜਦੋਂ ਇਹ ਧਨ ਲਿਆਉਂਦਾ ਹੁੰਦਾ ਸੀ ਲੁੱਟ ਕੇ, ਸਾਰਿਆਂ ਨੇ ਝੱਟ ਕੋਲ ਆਉਣਾ ਵੀ ਅੱਜ ਕਿੰਨਾ ਕੁ ਲੈ ਕੇ ਆਇਆ, ਅੱਜ ਕੀ ਕੁਝ ਲਿਆਂਦਾ। ਜਿਹੜਾ ਕੋੜਮਾ ਪਰਿਵਾਰ ਹਰ ਵੇਲੇ ਇਹਦੇ ਆਲੇ ਦੁਆਲੇ ਹੁੰਦਾ ਸੀ, ਕੋਈ ਨਾ ਬੇਲੀ ਕਰਦੇ ਝਾੜਾ। ਪੁੱਛਣ 'ਤੇ ਸਾਰੇ ਪੱਲਾ ਝਾੜਦੇ ਨੇ, ਕੋਈ ਬੇਲੀ ਨਹੀਂ ਅੰਤ ਵੇਲੇ ਦਾ। ਇਹ ਤਾਂ ਆਪੋ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਬੰਦੇ ਨੂੰ ਸਜ਼ਾ ਭੁਗਤਣੀ ਪੈਂਦੀ ਹੈ। ਜਿੱਦਾਂ ਦਾ ਬੀਜ ਬੀਜੇਗਾ ਉੱਦਾਂ ਦਾ ਵੱਢ ਲਵੇਗਾ। ਸਾਰਿਆਂ ਪੱਲਾ ਝਾੜ ਦਿੱਤਾ, ਹੱਥ ਖੜੇ ਕਰਤੇ, ਕਹਿੰਦੇ ਨਹੀਂ ਅਸੀਂ ਸਾਥ ਨਹੀਂ ਦੇ ਸਕਦੇ। ਫਿਰ ਦੌੜਿਆ ਆਇਆ ਉਹਨਾਂ ਸੰਤਾਂ ਦੇ ਕੋਲ, ਆ ਕੇ ਖੋਲ੍ਹਿਆ ਅਤੇ ਚਰਨੀ ਡਿੱਗ ਪਿਆ। ਸੱਚ ਦ੍ਰਿੜਾਏ ਉਧਾਰੇ ਅਨ, ਟੱਪ ਨਿਕੱਥਾ ਉੱਪਰ ਵਾੜਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਵਾਪਸ ਆਇਆ ਨਾ, ਸੰਤਾਂ ਦੇ ਚਰਨੀ ਡਿੱਗਿਆ, ਤਾਂ ਫਿਰ ਪਰਮੇਸ਼ਰ ਦੇ ਉਹਨਾਂ ਪਿਆਰੇ ਸੰਤਾਂ ਨੇ ਸੱਚ ਦਾ ਉਪਦੇਸ਼ ਦੇ ਕੇ ਵਾਲਮੀਕ ਨੂੰ ਸੱਚਾ ਨਾਮ ਦ੍ਰਿੜ ਕਰਵਾ ਦਿੱਤਾ। ਟੱਪ ਨਿਕੱਥਾ ਉੱਪਰ ਵਾੜਾ। ਅਤੇ ਇਹ ਜਿਹੜਾ ਸੰਸਾਰ ਸੀ, ਇਸ ਸੰਸਾਰ ਤੋਂ ਉਹ ਟੱਪ ਗਿਆ, ਉਹਦਾ ਉਧਾਰ ਹੋ ਗਿਆ। ਫਿਰ ਉਹਨੇ ਇਹ ਪਾਪ ਕਰਮ ਛੱਡ ਦਿੱਤਾ, ਧਰਮ ਦੀ ਕਿਰਤ ਕਰਨ ਲੱਗਾ, ਪਰਮਾਤਮਾ ਦੀ ਬੰਦਗੀ ਕਰਨ ਲੱਗਾ। ਬੰਦਗੀ ਕਰਦਾ ਕਰਦਾ ਉਹ ਪੂਰਨ ਸੰਤ ਬਣ ਗਿਆ ਅਤੇ ਅਖੀਰ ਫਿਰ ਉਹ ਪ੍ਰਭੂ ਦੇ ਵਿੱਚ ਅਭੇਦ ਹੋ ਗਿਆ। ਗੁਰਮੁਖ ਲੰਘੇ ਪਾਪ ਪਹਾੜਾ। ਸੋ ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਉਹਨਾਂ ਸੰਤਾਂ ਦੇ ਉਪਦੇਸ਼ ਦੇ ਨਾਲ ਗੁਰਮੁਖ ਬਣ ਕੇ ਸਭ ਪਾਪਾਂ ਦੇ ਪਹਾੜ, ਜੋ ਉਹਨੇ ਵੱਡੇ ਵੱਡੇ ਪਾਪਾਂ ਦੇ ਪਹਾੜ ਬਣਾਏ ਸੀ ਨਾ ਵਾਲਮੀਕ ਨੇ, ਉਹ ਸਾਰੇ ਹੀ ਪਾਰ ਲੰਘ ਗਿਆ। ਉਹਦਾ ਭਲਾ ਹੋ ਗਿਆ, ਸੰਸਾਰ ਤੋਂ ਵਾਲਮੀਕ ਤਰ ਗਿਆ, ਪਰਮੇਸ਼ਰ ਦਾ ਪਿਆਰਾ ਬਣ ਕੇ। ਨਾਮ ਸਿਮਰਨ ਦੇ ਨਾਲ ਉਹਦੇ ਪਾਪ ਦਗਧ ਹੋ ਗਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਮਹਾਰਾਜ ਜੀ ਸਾਨੂੰ ਪਾਪ ਕਰਮਾਂ ਤੋਂ ਵਰਜਦੇ ਹੈ। ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ। ਮਹਾਰਾਜ ਕਹਿੰਦੇ ਜੋ ਕਰਦਾ ਨਾ ਲੇਖਾ ਦੇਣਾ ਪੈਣਾ, ਇਸ ਲਈ ਪਾਪ ਛੱਡ ਦੇ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ, ਤਿਉਂ ਮਥੇ ਧਰਮ ਰਾਏ। ਫਿਰ ਵੇਖ ਲਾ ਇਹ ਹਾਲ ਹੋਣਾ ਹੈ। ਪਾਪਾਂ ਨੂੰ ਛੱਡ ਅਤੇ ਵਾਹਿਗੁਰੂ ਪਰਮਾਤਮਾ ਦਾ ਤੂੰ ਨਾਮ ਜਪਿਆ ਕਰ, ਤੇਰੇ ਕੀਤੇ ਹੋਏ ਪਹਿਲੇ ਪਾਪ ਕਰਮ ਵੀ ਦਗਧ ਹੋ ਜਾਣਗੇ। ਘੋਰ ਦੁਖਯੰ ਅਨਕ ਹਤਯੰ, ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਅੱਗ ਲੱਕੜਾਂ ਨੂੰ ਸਵਾਹ ਕਰ ਦਿੰਦੀ ਹੈ, ਪਰਮੇਸ਼ਰ ਦਾ ਨਾਮ ਪਾਪਾਂ ਨੂੰ ਸਵਾਹ ਕਰ ਦਿੰਦਾ, ਖਤਮ ਕਰ ਦਿੰਦਾ। ਸੋ ਵਾਲਮੀਕ ਜਿਹੜਾ ਬਟਵਾੜਾ ਸੀ ਉਹ ਤਰ ਗਿਆ, ਪਰਮੇਸ਼ਰ ਦਾ ਪਿਆਰਾ। ਸੋ ਇਹ ਵਾਲਮੀਕ ਰਿਸ਼ੀ ਨਹੀਂ, ਇਹ ਵਾਲਮੀਕ ਦੂਜਾ ਹੈ, ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਸੋ ਹੁਣ ਇਸ ਤੋਂ ਅੱਗੇ ਜਿਹੜੀ 20ਵੀਂ ਪੌੜੀ ਹੈ ਖਾਲਸਾ ਜੀ, ਇਹਦੇ ਵਿੱਚ ਅਜਾਮਲ ਦੀ ਵਾਰਤਾ ਭਾਈ ਗੁਰਦਾਸ ਜੀ ਲਿਖਦੇ ਹੈ।
ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਹੈ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਸੰਸਾਰ ਜਾਣਦਾ ਅਜਾਮਲ ਪਾਪੀ ਨੂੰ, ਪਰ ਜਦੋਂ ਉਹਨੇ ਅਖੀਰ ਵੇਲੇ ਭਾਵੇਂ ਪੁਕਾਰਿਆ ਪੁੱਤਰ ਨੂੰ ਸੀ, ਪਰ ਪੁੱਤਰ ਨੂੰ ਪੁਕਾਰਨ ਕਰਕੇ ਉਹਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਗਈ ਅਤੇ ਉਹਦਾ ਪਾਰ ਉਤਾਰਾ ਹੋ ਗਿਆ। ਅਜਾਮਲ ਦੀ ਕਥਾ ਭਾਈ ਗੁਰਦਾਸ ਜੀ ਲਿਖਦੇ ਹੈ, ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ। ਅਜਾਮਲ ਪਤਤ ਪਾਪੀ ਸੀ ਇਹ ਬ੍ਰਾਹਮਣ ਜਾਤ ਕਰਕੇ ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ। ਇੱਥੋਂ ਤੱਕ ਇਹਦਾ ਜਿਹੜਾ ਪਿਤਾ ਸੀ ਉਹ ਰਾਜੇ ਦੇ ਦਰਬਾਰ ਦੇ ਵਿੱਚ ਰਾਜ ਪੰਡਤ ਸੀ, ਕਥਾ ਕਰਿਆ ਕਰਦਾ ਸੀ, ਧਰਮ ਸ਼ਾਸਤਰ ਵੇਦਾਂ ਉਪਨਿਸ਼ਦਾਂ ਦਾ ਸਾਰਿਆਂ ਦਾ ਗਿਆਨ ਸੀ। ਇਹ ਵੀ ਚੰਗਾ ਪੜ੍ਹਿਆ ਲਿਖਿਆ ਸੀ, ਇਹਨੂੰ ਵੀ ਚੰਗੇ ਉਸਤਾਦ ਕੋਲੋਂ ਪੜ੍ਹਾਇਆ ਸੀ, ਵੱਡਾ ਵਿਦਵਾਨ ਸੀ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ। ਅਜਾਮਲ ਬ੍ਰਾਹਮਣ ਪੜ੍ਹਿਆ ਲਿਖਿਆ ਸੀ, ਪਰ ਪਤਤ ਬਣ ਕੇ, ਪਾਪੀ ਬਣ ਕੇ ਇਹਨੇ ਪਾਪ ਕਰਮ ਕੀਤਾ। ਕੀ ਕੀਤਾ? ਜਾਏ ਕਲਾਵਤਣੀ ਦੇ ਰਹਿਆ। ਕਲਾਵਤਣੀ ਵੇਸ਼ਵਾ ਸੀ ਇੱਕ, ਨਾਲ ਉਹ ਨੱਚਦੀ ਗਾਉਂਦੀ ਵੀ ਸੀ। ਉਸ ਕਲਾਵਤਣੀ ਵੇਸ਼ਵਾ ਦੇ ਕੋਲ ਜਾ ਕੇ ਇਹ ਰਿਹਾ। ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਹਿਆ। ਪਹਿਲੋਂ ਇਹ ਚੰਗਾ ਸੀ ਅਜਾਮਲ, ਜਿਹੜਾ ਨਾ ਗੁਰੂ ਵਾਲਾ ਸੀ, ਵਿਦਵਾਨ ਸੀ, ਪਰ ਗੁਰੂ ਦੀ ਗੱਲ ਨਹੀਂ ਇਹਨੇ ਮੰਨੀ। ਗੁਰੂ ਨੇ ਬਥੇਰਾ ਰੋਕਿਆ ਸੀ ਕਿ ਉਸ ਰਸਤੇ ਨਾ ਜਾਵੀਂ, ਪਰ ਇਹ ਜਾਣ ਬੁੱਝ ਕੇ ਸ਼ਹਿਰ ਵਿੱਚ ਦੀ ਗਿਆ ਸੀ। ਫਿਰ ਉੱਥੇ ਜਦੋਂ ਰੋਜ਼ ਉੱਥੋਂ ਦੀ ਲੰਘਦਾ ਤੇ ਫਿਰ ਵੇਸ਼ਵਾ ਦੇ ਜਾਲ ਵਿੱਚ ਫਸ ਗਿਆ। ਸੋ ਗੁਰੂ ਤੋਂ ਬੇਮੁਖ ਹੋ ਕਰਕੇ ਪਾਪ ਕਮਾਵੇ, ਪਾਪ ਕਮਾਉਂਦਾ ਹੈ ਅਤੇ ਦੁਰਮਤ, ਜਿਹੜੀ ਭੈੜੀ ਮੱਤ ਹੈ, ਉਹਦੀ ਅੱਗ ਦੇ ਵਿੱਚ ਇਹ ਸੜਨ ਲੱਗ ਪਿਆ। ਬਿਰਥਾ ਜਨਮ ਗਵਾਇਆ ਭਵ ਜਲ ਅੰਦਰ ਫਿਰਦਾ ਵਹਿਆ। ਪਾਠ ਗਵਾਇਆ ਹੈ। ਸੋ ਇਸ ਤਰ੍ਹਾਂ ਪਾਪ ਕਰਦਾ ਰਿਹਾ ਅਜਾਮਲ, ਵੇਸ਼ਵਾ ਦੇ ਦੁਆਰੇ ਰਹਿੰਦਾ ਰਿਹਾ, ਆਪਣਾ ਜਨਮ ਇਹਨੇ ਵਿਅਰਥ ਗਵਾਇਆ ਅਤੇ ਭਵਜਲ ਦੇ ਵਿੱਚ, ਸੰਸਾਰ ਭਵਜਲ ਦੇ ਵਿੱਚ ਫਿਰ ਚਿੰਤਾ ਫਿਕਰਾਂ ਦੇ ਤੂਫਾਨਾਂ ਦੇ ਵਿੱਚ ਰੁੜ ਗਿਆ। ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ। ਵੇਸ਼ਵਾ ਨੇ ਇਹਦੇ 6 ਪੁੱਤਰਾਂ ਨੂੰ ਜਨਮ ਦਿੱਤਾ ਅਜਾਮਲ ਦੇ। ਪਾਪਾਂ ਦੇ ਫਲ ਇੱਛੇ ਲਹਿਆ। ਭਾਈ ਸਾਹਿਬ ਜੀ ਕਹਿੰਦੇ ਪਾਪਾਂ ਦਾ ਫਲ ਜੋ ਇਹ ਚਾਹੁੰਦਾ ਸੀ ਉਹ ਇਹਨੂੰ ਮਿਲਿਆ। ਪੁੱਤਰ ਉਪੰਨਾ ਸਤਵਾਂ ਨਾਉ ਧਰਨ ਨੋ ਚਿੱਤ ਉਮਹਿਆ। ਜਦ ਵੇਸ਼ਵਾ ਤੋਂ ਅਜਾਮਲ ਦਾ 7ਵਾਂ ਪੁੱਤਰ ਪੈਦਾ ਹੋਇਆ ਤਾਂ ਉਹਦਾ ਨਾਂ ਰੱਖਣ ਵਾਸਤੇ ਚਿੱਤ ਵਿੱਚ ਉਮਾ ਪੈਦਾ ਹੋਇਆ ਕਿ ਮੈਂ ਪੁੱਤਰ ਦਾ ਨਾਂ ਕੀ ਰੱਖਾਂ। ਚਲੋ ਕਿਸੇ ਨੇੜੇ ਧਰਮਸ਼ਾਲਾ ਦੇ ਵਿੱਚ ਚਲਿਆ ਜਾਨਾ, ਉੱਥੋਂ ਪੁੱਛਦਾ ਕੀ ਨਾਂ ਰੱਖਾਂ ਇਹਦਾ ਮੈਂ। ਗੁਰੂ ਦੁਆਰੇ ਜਾਏ ਕੈ ਗੁਰਮੁਖ ਨਾਉ ਨਰਾਇਣ ਕਹਿਆ। ਇਹ ਗੁਰੂ ਦੇ ਦਰ 'ਤੇ ਗਿਆ, ਉੱਥੇ ਪੂਰਨ ਸੰਤ ਜਨ ਸਨ। ਉਹ ਕੋਈ ਨਾ ਕੋਈ ਇਹੋ ਜਿਹੀ ਮੇਖ ਗੱਡਦੇ ਆ ਕਿ ਬੰਦਾ ਚੰਗੇ ਪਾਸੇ ਲੱਗ ਜਾਏ। ਉਹਨਾਂ ਨੂੰ ਕਿਹਾ ਵੀ ਇਹਦਾ ਨਾਂ ਦੱਸੋ, ਮੈਂ ਕੀ ਰੱਖਾਂ। ਜਦੋਂ ਬੇਨਤੀ ਕੀਤੀ ਤਾਂ ਉਹ ਗੁਰਮੁਖ ਪੂਰਨ ਸੰਤ ਜਨਾਂ ਨੇ ਨਵ ਜੰਮਿਆ ਜਿਹੜਾ 7ਵਾਂ ਇਹਦਾ ਪੁੱਤਰ ਸੀ ਨਾ, ਉਹਨਾਂ ਕਿਹਾ ਵੀ ਇਹਦਾ ਨਾਂ ਨਰਾਇਣ ਰੱਖ। ਨਰਾਇਣ ਕਹਿ ਦਿੱਤਾ, ਉਹਦਾ ਨਾਂ ਨਰਾਇਣ ਰੱਖ ਦਿੱਤਾ। ਨਰਾਇਣ ਰੱਬ ਦਾ ਵੀ ਨਾਂ ਹੈ। ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਸ਼ਹਿਆ। ਫਿਰ ਇਹ ਰੋਗੀ ਹੋ ਗਿਆ ਅਜਾਮਲ। ਜਦੋਂ ਅੰਤ ਦਾ ਸਮਾਂ, ਮੌਤ ਆਈ, ਮਰਨ ਲੱਗਾ, ਅੰਤ ਸਮਾਂ ਆ ਗਿਆ ਅਤੇ ਮੰਜੇ 'ਤੇ ਪਏ ਨੂੰ
ਅੰਤ ਕਾਲ ਜਮਦੂਤ ਵੇਖ। ਜਮਦੂਤਾਂ ਨੇ ਦਿਖਾਈ ਦਿੱਤੀ, ਪੁੱਤ ਨਰਾਇਣ ਬੋਲੇ ਸ਼ਹਿਆ। ਅਤੇ ਫਿਰ ਉਹਨਾਂ ਜਮਦੂਤਾਂ ਨੂੰ ਵੇਖ ਕੇ ਸ਼ਹਿਆ ਭੈਭੀਤ ਹੋਇਆ, ਡਰਿਆ, ਛੋਟੇ ਪੁੱਤ ਨੂੰ ਪੁਕਾਰਦਾ ਹੈ ਨਰਾਇਣ ਨਰਾਇਣ। ਨਾਂ ਤਾਂ ਇਹਦੇ ਪੁੱਤਰ ਦਾ ਸੀ ਨਰਾਇਣ, ਹੁਣ ਨਰਾਇਣ ਨਾਂ ਰੱਬ ਦਾ ਵੀ ਹੈ। ਪਰ ਹੋਇਆ ਕੀ ਵੀ ਪੁੱਤ ਦਾ ਨਾਂ ਲੈਂਦਿਆਂ ਨਾ ਇਹਦੀ ਸੁਰਤ ਅਕਾਲ ਪੁਰਖ ਦੇ ਚਰਨਾਂ 'ਚ ਜੁੜ ਗਈ। ਪਹਿਲਾਂ ਭਾਵੇਂ ਪੁੱਤ ਨੂੰ ਪੁਕਾਰਿਆ ਸੀ, ਪਰ ਪੁਕਾਰਦਿਆਂ ਨਾ ਰੱਬ ਦੇ ਚਰਨਾਂ 'ਚ ਸੁਰਤ ਜੁੜ ਗਈ। ਅਤੇ ਅੰਤ ਸਮੇਂ ਮਹਾਰਾਜ ਦੀ ਬਾਣੀ ਦਾ ਬਚਨ ਹੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ। ਕੋਈ ਪਤਾ ਨਹੀਂ ਪਿਛਲਾ ਜਨਮ ਦਾ ਕੋਈ ਕਰਮ ਚੰਗਾ ਆ ਗਿਆ ਹੋਵੇਗਾ ਸਾਹਮਣੇ, ਤੇ ਸੁਰਤ ਲੱਗ ਗਈ, ਨਹੀਂ ਤੇ ਬੰਦੇ ਨੇ ਸਾਰੀ ਜ਼ਿੰਦਗੀ ਜੋ ਕੀਤਾ ਹੁੰਦਾ, ਕਮਾਇਆ ਹੁੰਦਾ ਨਾ, ਅੰਤ ਵੇਲੇ ਉਹੀ ਉਹਦੇ ਸਾਹਮਣੇ ਆਉਂਦਾ ਹੈ। ਸਭ ਕੁਝ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼, ਸਾਰੀ ਜ਼ਿੰਦਗੀ ਕੁਝ ਸਕਿੰਟਾਂ ਦੇ ਵਿੱਚ ਇਹਦੀਆਂ ਅੱਖਾਂ ਦੇ ਅੱਗੋਂ ਦੀ ਲੰਘ ਜਾਂਦੀ ਆ, ਕੁਝ ਮੈਂ ਕੀਤਾ। ਅਤੇ ਜਦੋਂ ਉਹਨੇ ਪੁੱਤਰ ਨੂੰ ਪੁਕਾਰਿਆ ਤੇ ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੁੜ ਗਈ। ਜਮ ਗਣ ਮਾਰੇ ਹਰ ਜਨਾ, ਅਤੇ ਫਿਰ ਹਰੀ ਦੇ ਜਨ ਆ ਗਏ। ਉਹਨਾਂ ਨੇ ਆ ਕੇ ਹਰ ਗਣਾਂ ਨੇ ਕੀ ਕੀਤਾ, ਜਿਹੜੇ ਜਮ ਗਣ ਸਨ ਉਹਨਾਂ ਨੂੰ ਮਾਰ ਦਿੱਤਾ ਵੀ ਪਰੇ ਹੋ ਜਾਓ ਤੁਸੀਂ, ਇਹਦੀ ਤਾਂ ਸੁਰਤ ਹੁਣ ਰੱਬ ਦੇ ਚਰਨਾਂ 'ਚ ਲੱਗ ਗਈ ਹੈ। ਗਿਆ ਸੁਰਗ ਜਮ ਡੰਡ ਨਾ ਸਹਿਆ, ਸੁਰਗਾਂ ਨੂੰ ਚਲਿਆ ਗਿਆ, ਫਿਰ ਜਮ ਡੰਡ ਨਹੀਂ ਸਹਾਰਿਆ, ਉਹਦਾ ਭਲਾ ਹੋ ਗਿਆ। ਨਾਏ ਲਏ ਦੁੱਖ ਢੇਰਾ ਢਹਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਪਰਮਾਤਮਾ ਦਾ ਨਾਮ ਇੰਨਾ ਵੱਡਾ ਹੈ ਵੀ ਵਾਹਿਗੁਰੂ ਦਾ ਨਾਮ ਲਿਆ ਦੁੱਖਾਂ ਦੇ ਡੇਰੇ ਢਹਿ ਜਾਂਦੇ ਹੈ। ਨਾਮ ਦੇ ਪ੍ਰਤਾਪ ਨੇ ਉਸ ਨੂੰ ਮਿਲਣ ਵਾਲੇ ਸਾਰੇ ਦੁੱਖਾਂ ਅਤੇ ਕਲੇਸ਼ਾਂ ਦੇ ਡੇਰੇ ਹੀ ਖਤਮ ਕਰ ਦਿੱਤੇ। ਸੋ ਭਾਈ ਗੁਰਦਾਸ ਨੇ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜੇ ਮਹਾਤਮਾ ਜਨ ਹੁੰਦੇ ਆ ਨਾ, ਜਦੋਂ ਕਿਸੇ ਵੱਡੇ ਕੁਕਰਮੀ ਨੂੰ ਵੇਖਦੇ ਆ ਵੀ ਫਸਿਆ ਹੋਇਆ ਕੁਕਰਮਾਂ ਦੇ ਵਿੱਚ, ਇਹ ਨਿਕਲ ਨਹੀਂ ਸਕਦਾ, ਤਾਂ ਫਿਰ ਉਹ ਕੋਈ ਇਹੋ ਜਿਹਾ ਤਰੀਕਾ ਵਰਤਦੇ ਹੈ ਜਿਸ ਕਰਕੇ ਉਹ ਉਸ ਪਾਪ ਕਰਮ ਤੋਂ ਬਾਹਰ ਨਿਕਲ ਆਵੇ ਅਤੇ ਉਹਦੀ ਸੁਰਤ ਰੱਬ ਦੇ ਚਰਨਾਂ ਵਿੱਚ ਜੁੜੇ। ਤਾਂ ਹੀ ਉਹਦੇ ਪੁੱਤ ਦਾ ਨਾਂ ਨਰਾਇਣ ਰੱਖਿਆ ਸੀ ਵੀ ਕਦੇ ਤਾਂ ਇਹਦੀ ਨਰਾਇਣ ਨਰਾਇਣ ਕਹਿੰਦਿਆਂ ਸੁਰਤ ਜੁੜੇਗੀ ਨਾ ਰੱਬ ਦੇ ਚਰਨਾਂ 'ਚ। ਅੰਤ ਵੇਲੇ ਉਹਦੀ ਸੁਰਤ ਜੁੜ ਗਈ ਅਤੇ ਉਹਦਾ ਪਾਰ ਉਤਾਰਾ ਹੋ ਗਿਆ। ਅਜਾ ਮਲ ਕਉ ਅੰਤ ਕਾਲ ਮਹਿ, ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸਰ ਬਾਂਸ਼ਤ, ਸੋ ਗਤ ਛਿਨ ਮਹਿ ਪਾਈ। ਜੋਗੀ ਲੋਕ ਵੀ ਜਿਸ ਅਵਸਥਾ ਨੂੰ, ਜਿਸ ਮੁਕਤੀ ਨੂੰ ਚਾਹੁੰਦੇ ਹੈ ਨਾ, ਇੱਕ ਛਿਨ ਦੇ ਵਿੱਚ ਅਜਾਮਲ ਨੇ ਉਹ ਅਵਸਥਾ ਪਾ ਲਈ, ਉਹ ਮੁਕਤ ਹੋ ਗਿਆ। ਸੋ ਇਹ ਅਜਾਮਲ ਦੀ ਸੀ ਕਥਾ। ਪਾਪ ਕਰਮ ਕਰਦਾ ਜਦੋਂ ਅੰਤ ਵੇਲੇ ਵੀ ਰੱਬ ਦੇ ਚਰਨਾਂ ਜੁੜ ਗਿਆ ਤਾਂ ਉਹਦਾ ਭਲਾ ਹੋ ਗਿਆ। ਹੁਣ ਇਸ ਕਥਾ ਤੋਂ ਕੋਈ ਇਹ ਨਾ ਭਾਵ ਲੈ ਲਵੇ ਕਿ ਕੋਈ ਗੱਲ ਨਹੀਂ, ਅੰਤ ਵੇਲੇ ਰੱਬ ਦਾ ਨਾਂ ਲੈ ਲਵਾਂਗੇ। ਅਜਾਮਲ ਵੀ ਤਰ ਗਿਆ ਵੀ ਅਸੀਂ ਵੀ ਅੰਤ ਵੇਲੇ ਰੱਬ ਜਪ ਲਵਾਂਗੇ। ਉਹਦੇ ਪੂਰਬਲੇ ਜਨਮ ਨੂੰ ਕਿਹਨੇ ਵੇਖਿਆ? ਕੋਈ ਚੰਗਾ, ਕੋਈ ਪਿਛਲੇ ਜਨਮ ਦਾ ਕਰਮ ਆ ਗਿਆ ਸਾਹਮਣੇ। ਨਰਾਇਣ ਨਰਾਇਣ ਕਹਿੰਦਿਆਂ ਉਹਦੀ ਸੁਰਤ ਜੁੜ ਗਈ ਸੀ ਰੱਬ ਦੇ ਚਰਨਾਂ ਵਿੱਚ। ਪਰ ਇੱਥੇ ਜੋ ਜੀਵਨ ਵਿੱਚ ਕਮਾਇਆ ਹੋਵੇਗਾ ਉਹੀ ਅੱਖਾਂ ਸਾਹਮਣੇ ਆਉਣਾ ਹੈ ਅਤੇ ਹੋਰ ਕੁਛ ਨਹੀਂ। ਸੋ ਇਸ ਲਈ ਪਾਪ ਕਰਮਾਂ ਤੋਂ ਹਟ ਕੇ ਬੰਦਾ ਸਦਾ ਰੱਬ ਨੂੰ ਚੇਤੇ ਕਰੇ ਅਤੇ ਫਿਰ ਅੰਤ ਵੇਲੇ ਵੀ ਰੱਬ ਹੀ ਚੇਤੇ ਆਉਂਦਾ ਹੈ। ਪਰਮਾਤਮਾ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ। ਜਮ ਗਣ ਮਾਰੇ ਹਰ ਜਨਾ, ਗਿਆ ਸੁਰਗ ਜਮ ਡੰਡ ਨ ਸਹਿਆ, ਨਾਏ ਲਏ ਦੁੱਖ ਡੇਰਾ ਢਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।